ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਧੰਨ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹਿਲਾ ਚੌਥਾ। ਸਾਕਤ ਜਾਏ ਨਿਵੈ ਗੁਰ ਆਗੈ, ਮਨ ਖੋਟੇ ਕੂੜ ਕੁੜਿਆਰੇ। ਜਾ ਗੁਰ ਕਹੈ ਉਠੋ ਮੇਰੇ ਭਾਈ, ਬਹਿ ਜਾਹੇ ਘੁਸਰ ਬਗੁਲਾਰੇ। ਗੁਰ ਸਿੱਖਾਂ ਅੰਦਰ ਸਤਿਗੁਰ ਵਰਤੈ, ਚੁਣ ਕੱਢੇ ਲੱਦੋ ਵਾਰੇ। ਓਏ ਅੱਗੇ ਪਿੱਛੇ ਬਹਿ ਫਿਰ, ਓਏ ਅੱਗੇ ਪਿੱਛੇ ਬਹਿ ਮੋਛ ਪਾਏ ਨੇ, ਨਾਰਲਨੀ ਖੁਟਿਆਰੇ। ਉਹਨਾਂ ਦਾ ਭਖ ਸੋ ਉਥੈ ਨਾਹੀ, ਜਾਏ ਕੂੜ ਲਹਿਨ ਪੇਢਾਰੇ। ਜੇ ਸਾਕਤ ਨਰ ਖਵਾਈਐ ਲੋਚੀਐ, ਬਿਖ ਕੱਢੈ ਮੁਖ ਉਗਲਾਰੇ। ਹਰ ਸਾਕਤ ਸੇਤੀ ਸੰਗ ਨ ਕਰਿਓ, ਓਏ ਮਾਰੇ ਸਿਰਜਣਹਾਰੇ। ਜਿਸ ਕਾ ਇਹ ਖੇਲ ਸੋਈ ਕਰ ਵੇਖੈ, ਜਨ ਨਾਨਕ ਨਾਮ ਸਮਾਰੇ। ਮਹਿਲਾ ਚੌਥਾ। ਸਤਿਗੁਰ ਪੁਰਖ ਅਗੰਮ ਹੈ, ਜਿਸ ਅੰਦਰ ਹਰ ਉਰ ਧਾਰਿਆ। ਸਤਿਗੁਰੂ ਨੋ ਅਪੜ ਕੋਇ ਨਾ ਸਕਾਈ, ਜਿਸ ਬਲ ਸਿਰਜਣਹਾਰਿਆ। ਸਤਿਗੁਰ ਕਾ ਖੜਗ ਸੰਜੋ ਹਰ ਭਗਤ ਹੈ, ਜਿਤ ਕਾਲ ਕੰਟਕ ਮਾਰ ਵਿਡਾਰਿਆ। ਸਤਿਗੁਰੂ ਕਾ ਰਖਣਹਾਰਾ ਹਰ ਆਪ ਹੈ, ਸਤਿਗੁਰੂ ਕੈ ਪਿੱਛੇ ਹਰ ਸਭ ਉਬਾਰਿਆ। ਜੋ ਮੰਦਾ ਚਿਤਵੈ ਪੂਰੇ ਸਤਿਗੁਰੂ ਕਾ, ਸੋ ਆਪ ਉਪਾਵਣ ਹਾਰੈ ਮਾਰਿਆ। ਇਹ ਗੱਲ ਹੋਵੈ ਹਰ ਦਰਗਾਹ ਸੱਚੇ ਕੀ, ਜਨ ਨਾਨਕ ਅਗੰਮ ਵਿਚਾਰਿਆ। ਮਹਿਲਾ ਚੌਥਾ। ਜੋ ਮੰਦਾ ਚਿਤਵੈ ਪੂਰੇ ਸਤਿਗੁਰੂ ਕਾ, ਸੋ ਆਪ ਉਪਾਵਣ ਹਾਰੈ ਮਾਰਿਆ। ਇਹ ਗੱਲ ਹੋਵੇ ਹਰ ਦਰਗਾਹ ਸੱਚੇ ਕੀ, ਜਨ ਨਾਨਕ ਅਗੰਮ ਵਿਚਾਰਿਆ। ਪੌੜੀ। ਸੱਚ ਸੁਤਿਆਂ ਜਿਨੀ ਅਰਾਧਿਆ, ਜਾਂ ਉੱਠੇ ਤਾਂ ਸੱਚ ਚਵੇ। ਵਿਰਲੇ ਜੁਗ ਮੈਂ ਜਾਣੀਐ, ਜੋ ਗੁਰਮੁਖ ਸੱਚ ਰਵੇ। ਹਉ ਬਲਿਹਾਰੀ ਤਿਨ, ਹਉ ਬਲਿਹਾਰੀ ਤਿਨ ਕੋ, ਜੇ ਅਨਦਰ ਸੱਚ ਲਵੇ। ਜਿਨ ਮਨ ਤਨ ਸੱਚਾ ਭਾਵਦਾ, ਸੇ ਸੱਚੀ ਦਰਗਾਹ ਗਵੇ। ਜਨ ਨਾਨਕ ਬੋਲੇ ਸਚ ਨਾਮ, ਸੱਚ ਸੱਚਾ ਸਦਾ ਨਵੇ। ਪਰਮ ਸਨਮਾਨਯੋਗ
ਜੁਗੋ ਜੁਗ ਅਟਲ ਚਬਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਦੀ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਅਤ ਸਤਿਕਾਰਯੋਗ ਸਨਮਾਨਯੋਗ ਸਤ ਸੰਗੀ ਜਨੋਂ ਬਹੁਤ ਹੀ ਵਡਭਾਗੇ ਹਾਂ ਜੋ ਕਿ ਰੋਜ਼ਾਨਾ ਲੜੀਵਾਰ ਕਥਾ ਵਿਚਾਰ ਦੇ ਨਾਲ ਸਾਂਝ ਬਣਾਉਂਦੇ ਹਾਂ। ਲੜੀਵਾਰ ਚੱਲ ਰਹੀ ਕਥਾ ਵਿਚਾਰ ਗੌੜੀ ਕੀ ਵਾਰ ਮਹਿਲਾ ਚੌਥਾ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਪਵਿੱਤਰ ਅੰਕ 312। ਆਓ ਗੁਰਮੁਖੋ ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਜਿੰਨੀ ਵੀ ਸੰਗਤ ਗੁਰੂ ਕੇ ਦਰਬਾਰ ਅੰਦਰ ਸਜ ਕੇ ਜੁੜ ਕੇ ਬੈਠੀ ਹੈ ਸਾਰੀ ਸੰਗਤ ਬਣਾਓ ਇਕਾਗਰਤਾ। ਦੋਵੇਂ ਹੱਥ ਜੋੜ ਕੇ ਬੁਲੰਦ ਆਵਾਜ਼ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਅੱਜ ਦੇ ਸ਼ਲੋਕ ਅੰਦਰ ਵਿਚਾਰ ਸਾਨੂੰ ਸਮਝਾ ਰਹੇ ਨੇ। ਪਾਤਸ਼ਾਹ ਜੀ ਕਹਿ ਰਹੇ ਨੇ ਸ਼ਲੋਕ ਮਹਿਲਾ ਚੌਥਾ ਸਾਕਤ ਜਾਏ ਨਿਵੈ ਗੁਰ ਆਗੈ ਮਨ ਖੋਟੇ ਕੂੜ ਕੁੜਿਆਰੇ। ਗੁਰੂ ਰਾਮਦਾਸ ਮਹਾਰਾਜ ਸਾਕਤ ਬੰਦੇ ਬਾਰੇ ਸਾਕਤ ਮਨੁੱਖ ਬਾਰੇ ਸਮਝਾ ਰਹੇ ਨੇ। ਸਾਕਤ ਮਨੁੱਖ ਕਿਹੋ ਜਿਹਾ ਹੁੰਦਾ ਹੈ? ਸਾਕਤ ਬੰਦਾ ਉਹ ਹੁੰਦਾ ਜੋ ਰੱਬ ਨਾਲੋਂ ਟੁੱਟ ਜਾਂਦਾ, ਜੋ ਸੱਚ ਨਾਲੋਂ ਟੁੱਟ ਜਾਂਦਾ, ਉਹਨੂੰ ਸਾਕਤ ਕਿਹਾ ਜਾਂਦਾ ਹੈ। ਜੋ ਆਪਣੇ ਮਨ ਦਾ ਮਰੀਦ ਬਣ ਜਾਂਦਾ, ਮਨ ਦੀ ਮਰਜ਼ੀ ਕਰਨ ਵਾਲਾ ਬਣ ਜਾਂਦਾ, ਗੁਰੂ ਦੀ ਮੱਤ ਨੂੰ ਨਹੀਂ ਅਪਣਾਉਂਦਾ। ਅੱਜ ਸੰਸਾਰ ਅੰਦਰ ਝਾਤ ਮਾਰ ਕੇ ਵੇਖ ਲਓ ਇਸ ਤਰ੍ਹਾਂ ਹੀ ਹੋ ਰਿਹਾ। ਇੱਥੇ ਮਹਾਰਾਜ ਨੇ ਸ਼ਬਦ ਵਰਤਿਆ, ਮਹਾਰਾਜ ਕਹਿੰਦੇ ਸਾਕਤ ਜਾਏ ਨਿਵੈ ਗੁਰ ਆਗੈ। ਨਿਵਣ ਦਾ ਅਰਥ ਕੀ ਹੁੰਦਾ ਜੀ? ਨਿਵਣਾ। ਮਹਾਰਾਜ ਕਹਿੰਦੇ ਸਾਕਤ ਬੰਦੇ ਵੀ ਗੁਰੂ ਅੱਗੇ ਨਿਮਦੇ ਨੇ, ਪਰ ਸਾਕਤ ਬੰਦੇ ਨੇ ਕਦੇ ਆਪਣਾ ਆਪ ਨੂੰ ਬਦਲਿਆ ਨਹੀਂ, ਚੇਂਜ ਨਹੀਂ ਕੀਤਾ। ਪਾਤਸ਼ਾਹ ਜੀ ਕਹਿੰਦੇ ਸਤਿਗੁਰ ਅੱਗੇ ਨਮਸਕਾਰ ਵੀ ਕਰਦੇ ਨੇ, ਨਿਮਦੇ ਵੀ ਨੇ, ਪਰ ਮਹਾਰਾਜ ਕਹਿੰਦੇ ਮਨ ਖੋਟੇ ਕੂੜ ਕੁਲਿਆਰੇ। ਉਹਨਾਂ ਦਾ ਮਨ ਕਿ ਖੋਟਾ ਹੀ ਰਹਿੰਦਾ ਅਤੇ ਉਹ ਹਰ ਵੇਲੇ ਝੂਠ ਅੰਦਰ ਲੱਗੇ ਰਹਿੰਦੇ ਨੇ, ਕੂੜ ਵਿੱਚ ਲੱਗੇ ਰਹਿੰਦੇ ਨੇ। ਮਹਾਰਾਜ ਕਹਿੰਦੇ ਖੋਟੇ ਹੋਣ ਕਰਕੇ ਉਹ ਕੂੜ ਦੇ ਵਪਾਰੀ ਬਣ ਜਾਂਦੇ ਨੇ, ਕੂੜ ਦਾ ਵਪਾਰ ਕਰਨ ਵਾਲੇ ਬਣ ਜਾਂਦੇ ਨੇ। ਬਾਬਾ ਕਬੀਰ ਸਾਹਿਬ ਜੀ ਨੇ ਆਪਣੇ ਸ਼ਲੋਕਾਂ ਦੇ ਅੰਦਰ ਬਹੁਤ ਵਾਰ ਉਦਾਹਰਨ ਦਿੱਤੀ ਹੈ ਜੀ। ਸਾਕਤ ਸੰਗ ਨਾ ਕੀਜੀਐ, ਬਹੁਤ ਵਾਰ ਆਪਾਂ ਸ਼ਲੋਕਾਂ ਅੰਦਰ ਪੜ੍ਹਦੇ ਹਾਂ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਸਾਕਤ ਦਾ ਸੰਗ ਨਾ ਕਰੀ। ਸਾਕਤ ਦਾ ਸੰਗ ਪਤਾ ਕਿਹੋ ਜਿਹਾ ਹੁੰਦਾ? ਸਾਕਤ ਦਾ ਸੰਗ ਜਿਵੇਂ ਕੇਲੇ ਦੇ ਅੱਗੇ ਬੇਰੀ ਦਾ ਰੁੱਖ ਉੱਗ ਜਾਂਦਾ। ਜਦੋਂ ਤੇਜ਼ ਹਵਾ ਵਗਦੀ ਹੈ ਨਾ, ਕੇਲੇ ਜਿਹੜੇ ਪੱਤੇ ਹੁੰਦੇ ਨੇ ਬੜੇ ਕੋਮਲ ਹੁੰਦੇ ਨੇ, ਮੁਲਾਇਮ ਹੁੰਦੇ ਨੇ। ਉਹ ਬੇਰੀ ਦੇ ਤਿੱਖੇ ਕੰਡੇ ਕੇਲੇ ਦੇ ਪੱਤਿਆਂ ਨੂੰ ਚੀਰ ਦਿੰਦੇ ਨੇ। ਸਾਕਤ ਬੰਦਾ ਵੀ ਇਹੋ ਜਿਹਾ ਹੁੰਦਾ ਹੈ, ਉਹ ਕੋਮਲ ਹਿਰਦਿਆਂ ਨੂੰ ਚੀਰ ਦਿੰਦਾ ਹੈ। ਕਿੰਨੇ ਕੋਮਲ ਤੋਂ ਕੋਮਲ ਹਿਰਦੇ ਸਾਕਤ ਬੰਦੇ ਨੇ ਖਰਾਬ ਕਰ ਦਿੱਤੇ, ਜਿਵੇਂ ਬੇਰੀ ਕੇਲੇ ਨੂੰ ਬਰਬਾਦ ਕਰ ਦਿੰਦੀ ਹੈ। ਬਾਬਾ ਕਬੀਰ ਸਾਹਿਬ ਨੇ ਉਦਾਹਰਨ ਵਰਤੀ ਹੈ ਜੀ ਕਿ ਬਾਣੀ ਦੇ ਅੰਦਰ, ਆਪਣੇ ਸ਼ਲੋਕਾਂ ਦੇ ਅੰਦਰ। ਪਾਤਸ਼ਾਹ ਜੀ ਇੱਥੇ ਹੀ ਗੱਲ ਕਹਿ ਰਹੇ ਨੇ ਸਾਕਤ ਜਾਏ ਨਿਵੈ ਗੁਰ ਆਗੈ ਮਨ ਖੋਟੇ ਕੂੜ ਕੁੜਿਆਰੇ। ਜਾ ਗੁਰ ਕਹਿ ਉਠੋ ਮੇਰੇ ਭਾਈ ਬਹਿ ਜਾਏ ਘੁਸਰ ਬਗੁਲਾਰੇ। ਜਦੋਂ ਸੰਗਤ ਵਿੱਚ ਜਾ ਕੇ ਬਹਿੰਦੇ ਨੇ, ਸੰਗਤ ਵਿੱਚੋਂ ਗੁਰੂ ਆਵਾਜ਼ ਮਾਰਦਾ, ਗੁਰੂ ਆਵਾਜ਼ ਮਾਰਦਾ, ਹੇ ਸਾਕਤ ਬੰਦਿਆ ਆਪਣਾ ਸਾਕਤਪਣਾ, ਆਪਣਾ ਖੋਟ ਛੱਡ ਦੇ। ਪਾਤਸ਼ਾਹ ਜੀ ਕਹਿ ਰਹੇ ਨੇ ਸੁਚੇਤ ਹੋ ਜੋ। ਮਹਾਰਾਜ ਕਹਿੰਦੇ ਤਾਂ ਵੀ ਸਾਕਤ ਬੰਦੇ ਹੁੰਦੇ ਨੇ ਜਿਹੜੇ ਬਗਲਿਆਂ ਦੇ ਵਾਂਗ ਉਹ ਸਿੱਖਾਂ ਵਿੱਚ ਰਲ ਕੇ ਬਹਿ ਜਾਂਦੇ ਨੇ। ਹੁਣ ਵੇਖੋ ਬਗਲਾ ਤੇ ਹੰਸਾ ਨਾ ਜਿਹੜਾ ਇੱਕੋ ਜਿਹਾ ਹੈ, ਉਹਨਾਂ ਦੀ ਜਿਹੜੀ ਸ਼ਕਲ ਕਹਿ ਲਓ, ਉਹਨਾਂ ਦਾ ਰੰਗ ਕਹਿ ਲਓ ਇੱਕੋ ਜਿਹਾ। ਬਗਲਾ ਵੀ ਚਿੱਟਾ ਹੁੰਦਾ ਤੇ ਹੰਸ ਵੀ ਚਿੱਟਾ ਹੁੰਦਾ।
ਭਾਈ ਗੁਰਦਾਸ ਨੇ ਆਪਣੀਆਂ 12 ਦੇ ਵਿੱਚ ਆਪਣੇ ਕਵਿਤਾਂ ਦੇ ਅੰਦਰ ਹੰਸ ਤੇ ਬਗਲੇ ਦੀ ਉਦਾਹਰਨ ਬਹੁਤ ਵਾਰ ਵਰਤੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਵੀ ਉਦਾਹਰਨ ਬਹੁਤ ਵਾਰ ਆਉਂਦੀ ਹੈ। ਹੁਣ ਤੁਸੀਂ ਨਿਰਣਾ ਖੁਦ ਕਰ ਲਿਓ, ਬਗਲੇ ਦਾ ਕੰਮ ਪਤਾ ਕੀ ਹੁੰਦਾ ਹੈ? ਬਗਲਾ ਡੱਡੀਆਂ ਚੁਗਦਾ ਹੈ। ਹੰਸ ਦਾ ਕੰਮ ਪਤਾ ਕੀ ਹੁੰਦਾ ਹੈ? ਹੰਸਾ ਹੀਰਾ ਮੋਤੀ ਚੁਗਣਾ, ਬਗ ਡੱਡਾ ਭਾਲਣ ਜਾਈ। ਹੰਸ ਹੀਰੇ ਮੋਤੀਆਂ ਨੂੰ ਚੁਗਦਾ ਹੈ। ਸਿੱਖ ਦੀ ਤੁਲਨਾ ਗੁਰੂ ਸਾਹਿਬ ਨੇ ਹੰਸ ਨਾਲ ਕੀਤੀ। ਤੁਸੀਂ ਇਤਿਹਾਸ ਪੜ੍ਹੋਗੇ ਜੀ, ਪਾਤਸ਼ਾਹ ਜੀ ਨੇ ਸਿੱਖ ਨੂੰ ਬਹੁਤ ਵੱਡੀਆਂ ਉਪਾਧੀਆਂ ਦੇ ਕੇ ਨਿਵਾਜਿਆ। ਇਹ ਮੇਰਾ ਪਰਮਹੰਸ ਹੈ। ਇੱਥੇ ਸਤਿਗੁਰੂ ਮਹਾਰਾਜ ਕਹਿੰਦੇ, ਜਦੋਂ ਗੁਰੂ ਆਵਾਜ਼ ਮਾਰਦਾ ਨਾ, ਗੁਰੂ ਕਹਿੰਦਾ, ਹੇ ਮਨੁੱਖ, ਹੇ ਸਾਕਤ ਬੰਦਿਆ, ਆਪਣੇ ਜੀਵਨ ਨੂੰ ਬਦਲ ਲੈ, ਆਪਣੀ ਜ਼ਿੰਦਗੀ ਨੂੰ ਸਵਾਰ ਲੈ। ਮਹਾਰਾਜ ਕਹਿੰਦੇ, ਜਾ ਗੁਰ ਕਹਿ ਉੱਠੋ ਮੇਰੇ ਭਾਈ। ਉੱਠਣ ਦਾ ਅਰਥ ਪਤਾ ਕੀ ਹੁੰਦਾ ਹੈ? ਉੱਠਣ ਦਾ ਅਰਥ ਹੈ ਵਿਕਾਰੀ ਕਰਮਕਾਂਡੀ ਜੀਵਨ ਵਿੱਚ ਉੱਠਣਾ। ਤੁਸੀਂ ਵੇਖੋ ਜੀ, ਸੰਸਾਰ ਅੰਦਰ ਝਾਤ ਮਾਰ ਕੇ ਵੇਖੋ, ਆਪਾਂ ਪਿੰਡ ਪੱਧਰ ਤੇ ਗੱਲ ਕਰ ਲਈਏ ਨਾ, ਕਿੰਨਾ ਕਰਮਕਾਂਡ ਹਾਵੀ। ਇੱਥੇ ਪੱਥਰਾਂ ਦੀ ਪੂਜਾ, ਕਿੰਨਾ ਕੁਝ, ਕਿੰਨਾ ਅੰਨ ਬਰਬਾਦ ਕੀਤਾ ਜਾਂਦਾ, ਕਿੰਨੇ ਵਧੀਆ ਪਦਾਰਥ ਬਰਬਾਦ ਕੀਤੇ ਜਾਂਦੇ ਨੇ ਧਰਮ ਦੇ ਨਾਂ ਤੇ। ਗੁਰੂ ਤਾਂ ਰੋਕਦਾ ਨਾ ਇਹਨਾਂ ਕਰਮਾਂ ਤੋਂ। ਦਰਖਤਾਂ ਦੀ ਪੂਜਾ, ਸਭ ਕੁਝ ਕਿੱਥੋਂ ਨਿਕਲਦਾ ਏ? ਇਹ ਮਨ ਦੇ ਵਲਵਲੇ ਜਿਹੜੇ ਅਸੀਂ ਗਲਤ ਬਣਾ ਲਏ ਨੇ, ਮਨ ਦੇ ਖਿਆਲ ਜਿਹੜੇ ਅਸੀਂ ਗਲਤ ਬਣਾ ਰਹੇ ਨੇ। ਮਹਾਰਾਜ ਕਹਿੰਦੇ, ਉੱਠ ਭਾਈ, ਇਹ ਕਰਮਕਾਂਡ ਤਿਆਗ, ਮਨਮਤ ਤਿਆਗ, ਕਿੰਨਾ ਕੁ ਚਿਰ ਕਰਦਾ ਰਹੇਗਾ ਸਭ ਕੁਝ? ਮਹਾਰਾਜ ਕਹਿੰਦੇ, ਜਾ ਗੁਰ ਕਹਿ ਉੱਠੋ ਮੇਰੇ ਭਾਈ, ਬਹਿ ਜਾਏ ਘੁਸਰ ਬਗਲਾਰੇ। ਮਹਾਰਾਜ ਕਹਿੰਦੇ ਬਹਿ ਜਾਂਦੇ ਨੇ ਘੁਸਰ ਕੇ। ਇਸ ਆਮ ਸ਼ਬਦ ਵਰਤਿਆ ਜਾਂਦਾ ਜੀ, ਘੁਸੜ ਕੇ ਸਾਡੇ ਪੰਜਾਬੀ 'ਚ, ਠੇਠ ਪੰਜਾਬੀ 'ਚ ਕਹਿ ਦਿੰਦੇ ਨੇ। ਮਹਾਰਾਜ ਕਹਿੰਦੇ ਗੁਰੂ ਆਵਾਜ਼ ਮਾਰਦਾ, ਪਰ ਉਹ ਬਗਲਿਆਂ ਦੀ ਤਰ੍ਹਾਂ ਬਹਿ ਜਾਂਦੇ ਨੇ, ਪਰ ਉਹ ਰਲਦੇ ਨਹੀਂ ਵਿੱਚ, ਕਿਉਂਕਿ ਕੰਮਾਂ ਤੋਂ, ਕਿਰਦਾਰ ਤੋਂ ਪਛਾਣ ਕੀਤੀ ਜਾਂਦੀ ਹੈ ਨਾ। ਅੱਗੇ ਮਹਾਰਾਜ ਕਹਿ ਰਹੇ ਨੇ, ਗੁਰਸਿੱਖਾਂ ਅੰਦਰ ਸਤਿਗੁਰ ਵਰਤੈ, ਚੁਣ ਕੱਢੈ ਲੱਧੋ ਵਾਰੇ। ਪਾਤਸ਼ਾਹ ਜੀ ਕਹਿੰਦੇ, ਗੁਰੂ ਕੇ ਸਿੱਖਾਂ ਅੰਦਰ ਸਤਿਗੁਰੂ ਜਦੋਂ ਵਰਤਦਾ ਨਾ, ਪਾਤਸ਼ਾਹ ਜੀ ਕਹਿ ਰਹੇ ਨੇ, ਸਾਕਤਾਂ ਦੇ ਹਿਰਦੇ ਵਿੱਚ ਕੂੜ ਵਸਦਾ ਹੈ ਅਤੇ ਗੁਰਸਿੱਖਾਂ ਦੇ ਹਿਰਦੇ ਵਿੱਚ ਸਤਿਗੁਰੂ ਆਪ ਵਸਦਾ ਹੈ। ਇਸ ਕਰਕੇ ਸਿੱਖ ਅਤੇ ਸਾਕਤ ਰਲ ਕੇ ਬੈਠੇ ਹੋਏ, ਉਹ ਰਲਦੇ ਨਹੀਂ। ਉਹਨਾਂ ਨੂੰ ਹਰ ਵੇਲੇ ਮਹਾਰਾਜ ਕਹਿੰਦੇ, ਉਹਨਾਂ ਦਾ ਖੋਟੇ ਲੋਕ, ਝੂਠੇ ਲੋਕ ਗੁਰੂ ਦੇ ਸਨਮੁਖ ਟਿਕਦੇ ਨਹੀਂ, ਉਹ ਬਾਹਰ ਕੱਢ ਦਿੱਤੇ ਜਾਂਦੇ ਨੇ। ਪਾਤਸ਼ਾਹ ਜੀ ਕਹਿ ਰਹੇ ਨੇ, ਗੁਰਮੁਖਾਂ ਅੰਦਰ ਸਤਿਗੁਰ ਵਰਤੈ, ਚੁਣ ਕੱਢੈ ਲੱਧੋ ਵਾਰੇ। ਓਏ ਅੱਗੇ ਪਿੱਛੇ ਬਹਿ ਮੂੰਹ ਛਪਾਏ ਨੇ, ਨਾ ਰਲਣੀ ਖੁਟਿਆਰੇ। ਮਹਾਰਾਜ ਕਹਿੰਦੇ, ਬਹਿ ਤਾਂ ਗਏ ਗੁਰਮੁਖਾਂ ਨਾਲ, ਬਹਿ ਤਾਂ ਗਏ ਸਿੱਖਾਂ ਦੇ ਨਾਲ, ਪਰ ਉਹਨਾਂ ਨੂੰ ਉੱਥੇ ਮੂੰਹ ਛਪਾਉਣਾ ਪੈਂਦਾ ਹੈ। ਹੁਣ ਧਿਆਨ ਦਿਓ ਜੀ, ਮੂੰਹ ਪਤਾ ਕੌਣ ਛਪਾਉਂਦਾ? ਜਿਹਦੇ ਅੰਦਰ ਕੋਈ ਖੋਟ ਹੁੰਦਾ। ਜਿਹੜਾ ਬੰਦਾ ਸੱਚਾ ਹੁੰਦਾ, ਉਹ ਕਦੇ ਮੂੰਹ ਨਹੀਂ ਛਪਾਉਂਦਾ, ਉਹ ਪ੍ਰਤੱਖ ਸਾਹਮਣੇ ਹੋ ਕੇ ਖੜ ਜਾਂਦਾ ਵੀ ਜੋ ਕਹਿਣਾ ਕਹਤੇ। ਮੈਂ ਆਪਣੇ ਗੁਰੂ ਦੇ ਬਚਨਾਂ ਤੇ ਤੁਲਿਆ ਹੋਇਆ, ਮੈਂ ਗੁਰੂ ਦੇ ਬਚਨਾਂ ਤੇ ਪੂਰਾ। ਸਤਿਗੁਰੂ ਜਦੋਂ ਆਵਾਜ਼ ਮਾਰਦਾ, ਗੁਰਸਿੱਖਾਂ ਅੰਦਰ ਮਹਾਰਾਜ ਆ ਵਰਤਦਾ। ਮਹਾਰਾਜ ਕਹਿੰਦੇ ਬਹਿ ਤਾਂ ਜਾਂਦੇ ਨੇ ਗੁਰੂ ਸਿੱਖਾਂ ਦੇ ਅੰਦਰ, ਪਰ ਉਹਨਾਂ ਸਾਕਤ ਬੰਦਿਆਂ ਨੂੰ ਮੂੰਹ ਛਪਾਉਣਾ ਪੈਂਦਾ ਹੈ। ਕਿਉਂਕਿ ਇੱਥੇ ਆਪਾਂ ਨਿਰੋਲ ਗੁਰਬਾਣੀ ਦੀ ਵਿਚਾਰ ਕਰਦੇ ਹਾਂ ਜੀ। ਅਕਸਰ ਮੈਂ ਬੇਨਤੀ ਕਰਦਾ, ਬਹੁਤ ਲੰਮੇ ਸਮੇਂ ਤੋਂ ਆਪਾਂ ਲੜੀਵਾਰ ਵਿਚਾਰ ਦੇ ਨਾਲ ਜੁੜੇ ਹੋਏ। ਤੁਹਾਡਾ ਕੋਈ ਵੀ ਮਨ ਦਾ ਵਲਵਲਾ ਹੁੰਦਾ, ਕੋਈ ਮਨ ਦਾ ਸਵਾਲ ਹੁੰਦਾ, ਬੇਝਿਜਕ ਹੋ ਕੇ ਤੁਸੀਂ ਪੁੱਛ ਸਕਦੇ ਹੋ। ਪਰ ਗੁਰਮਤ ਨੂੰ ਅਪਣਾਈਏ। ਮੈਂ ਪਹਿਲਾਂ ਵੀ ਗੱਲ ਕੀਤੀ ਵੀ ਕਰਮਕਾਂਡ ਕਿੰਨੇ ਹਾਵੀ ਹੋ ਗਏ ਨੇ, ਮਨਮਤ ਕਿੰਨੀ ਹਾਵੀ ਹੋ ਗਈ ਹੈ। ਅਸੀਂ ਹਰ ਇੱਕ ਥਾਂ ਤੇ ਫਾਰਮੈਲਿਟੀ ਜੀ ਪੂਰੀ ਕਰਦੇ ਵੀ ਚਲੋ ਗੁਰਦੁਆਰੇ ਵੀ ਮੱਥਾ ਟੇਕ ਆਈਏ, ਆਹ ਕੰਮ ਵੀ ਇੱਥੇ ਕਰ ਆਈਏ, ਆਹ ਕੰਮ ਵੀ। ਮਹਾਰਾਜ ਇਸ ਕਰਕੇ ਕਹਿ ਰਹੇ ਨੇ, ਭਾਈ ਉਹ ਬੰਦਾ ਸਿੱਖਾਂ ਦੇ ਨਾਲ ਰਲਦਾ ਨਹੀਂ ਜਿਹੜਾ ਇੱਕ ਤੇ ਟੇਕ ਨਹੀਂ ਰੱਖਦਾ, ਵਿਸ਼ਵਾਸ ਨਹੀਂ ਰੱਖਦਾ। ਉਹ ਅੱਗੇ ਪਿੱਛੇ ਬਹਿ ਮੂੰਹ ਛਪਾਏ ਨਹੀਂ, ਨਾ ਰਲਣੀ ਖੁਟਿਆਰੇ। ਅੱਗੇ ਮਹਾਰਾਜ ਕਹਿੰਦੇ, ਉਹਨਾਂ ਦਾ ਭੱਖ ਸੋ ਉੱਥੇ ਨਾਹੀਂ, ਜਾਏ ਕੂੜ ਲੈਣ ਭਿਡਾਰੇ। ਮਹਾਰਾਜ ਕਹਿੰਦੇ ਸਾਕਤਾਂ ਦਾ ਖਾਣਾ ਗੁਰਮੁਖਾਂ ਦੀ ਸੰਗਤ ਵਿੱਚ ਨਹੀਂ ਹੁੰਦਾ। ਝੂਠੇ ਬੰਦਿਆਂ ਦਾ ਖਾਣਾ, ਝੂਠੇ ਬੰਦਿਆਂ ਦਾ ਰਹਿਣਾ,
ਬਹੁਤ ਮੁਸ਼ਕਲ ਹੋ ਜਾਂਦਾ ਗੁਰਮੁਖਾਂ ਦੇ ਕੋਲ, ਸੱਚੇ ਬੰਦਿਆਂ ਦੇ ਕੋਲ। ਪਾਤਸ਼ਾਹ ਜੀ ਕਹਿੰਦੇ ਇਸ ਵਾਸਤੇ ਉਹ ਭੇਡਾਂ ਵਾਂਗ ਸ਼ਬਦ ਵਰਤਿਆ ਜੀ, ਭੇਡਾਰੇ। ਭੇਡਾਰੇ ਦਾ ਅਰਥ ਭੇਡਾਂ ਦੇ ਵਾਂਗ ਹਰ ਥਾਂ ਤੋਂ ਕੂੜ ਨੂੰ ਵਣਜਦੇ ਨੇ, ਕੂੜ ਨੂੰ ਲੱਭਦੇ ਨੇ, ਕੂੜ ਇਕੱਠਾ ਕਰਦੇ ਨੇ। ਅੱਗੇ ਮਹਾਰਾਜ ਕਹਿ ਰਹੇ ਨੇ, ਜੇ ਸਾਕਤ ਨਰ ਖਵਾਈਐ ਲੋਚੀਐ ਬਿ ਕੱਢੈ ਮੁਖ ਉਗਲਾਰੇ। ਜੇ ਸਾਕਤ ਮਨੁੱਖ ਨੂੰ ਨਾਮ ਰੂਪੀ ਚੰਗਾ ਪਦਾਰਥ ਖਵਾਉਣ ਦੀ ਇੱਛਾ ਕਰੀਏ, ਸਾਕਤ ਬੰਦੇ ਨੂੰ ਜੇ ਅਸੀਂ ਕੋਈ ਚੰਗੀ ਗੱਲ ਸਮਝਾ ਦਈਏ, ਉਹ ਚੰਗੀ ਗੱਲ ਹਜਮ ਨਹੀਂ ਹੁੰਦੀ। ਸੱਚ ਹਜਮ ਕਰਨਾ ਬਹੁਤ ਔਖਾ ਹੁੰਦਾ ਹੈ ਜੀ। ਗੁਰੂ ਸਾਹਿਬ ਜੀ ਕਹਿ ਰਹੇ ਨੇ ਨਾ, ਜੇ ਤੁਸੀਂ ਸਾਕਤ ਬੰਦੇ ਦੇ ਅੱਗੇ, ਇੱਕ ਬਾਣੀ ਦਾ ਵਚਨ ਹੁੰਦਾ ਹੈ, ਜੇ ਕੋ ਬੋਲੇ ਸੱਚ ਕੂੜਾ ਜਲ ਜਾਵਈ। ਜੇ ਕੋਈ ਸੱਚੀ ਗੱਲ ਕਹਿੰਦਾ ਨਾ, ਸੱਚੀ ਗੱਲ ਝੂਠੇ ਬੰਦੇ ਤੋਂ ਸੁਣੀ ਨਹੀਂ ਜਾਂਦੀ। ਸੱਚੀ ਗੱਲ ਵੇਖੋ, ਸੁਣਨ ਦਾ ਵੀ ਇੱਕ ਜਿਗਰਾ ਹੁੰਦਾ ਨਾ। ਸੁਣ ਵੀ ਉਹ ਬੰਦਾ ਸਕਦਾ ਹੈ ਜਿਹੜਾ ਆਪ ਗੱਲ ਕਬੂਲ ਕਰ ਸਕਦਾ ਹੈ, ਆਪ ਸੱਚ ਤੇ ਤੁਰ ਸਕਦਾ ਹੈ। ਨਹੀਂ ਤਾਂ ਝੂਠੇ ਬੰਦੇ ਨੂੰ ਤਕਲੀਫ ਬਹੁਤ ਹੁੰਦੀ ਹੈ ਜੇ ਤੁਸੀਂ ਸੱਚੀ ਗੱਲ ਕਹਿ ਦੋਗੇ। ਇੱਥੇ ਇਹੀ ਗੱਲ ਗੁਰੂ ਰਾਮਦਾਸ ਮਹਾਰਾਜ ਕਹਿ ਰਹੇ ਨੇ, ਜੇ ਸਾਕਤ ਨਰ ਖਵਾਈਐ ਲੋਚੀਐ। ਸਾਕਤ ਬੰਦੇ ਨੂੰ ਨਾਮ ਰੂਪੀ ਪਦਾਰਥ ਅਸੀਂ ਖਵਾਉਣਾ ਚਾਹੀਏ। ਬੇ ਕੱਢੇ ਮੁਖ ਉਗਲਾਰੇ। ਮਹਾਰਾਜ ਕਹਿੰਦੇ ਉਹ ਚੰਗਾ ਪਦਾਰਥ ਮੂੰਹ ਵਿੱਚੋਂ ਕੱਢ ਦਿੰਦਾ, ਪਚਦਾ ਨਹੀਂ। ਚੰਗਾ ਵਸਤੂ, ਚੰਗੀ ਵਿਚਾਰ ਉਹਦੇ ਪਚਦੀ ਨਹੀਂ, ਕਿਉਂਕਿ ਮੂੰਹ ਵਿੱਚੋਂ ਨਿੰਦਿਆ ਕਰ ਕਰਕੇ ਸਭ ਕੁਝ ਹੀ ਕੱਢ ਦਿੰਦਾ। ਐਸੇ ਲੋਕ ਹੁੰਦੇ ਨੇ ਜੀ, ਕਈ ਵਾਰ ਇੱਕ ਦੂਜੇ ਦੀ ਨਿੰਦਿਆ ਕਰਕੇ, ਇੱਕ ਦੂਜੇ ਦੀ ਚੁਗਲੀ ਕਰਕੇ ਉਹ ਸਾਰਾ ਜਿਹੜਾ ਸੰਗਤ ਕੀਤੀ, ਸੇਵਾ ਕੀਤੀ, ਉਹ ਸਭ ਕੁਝ ਹੀ ਆਪਣੇ ਜੀਵਨ ਨੂੰ ਬਰਬਾਦ, ਸਾਰਾ ਕੁਝ ਹੀ ਬਾਹਰ ਕੱਢ ਦਿੰਦੇ ਨੇ। ਬਹੁਤ ਐਸੇ ਲੋਕ ਹੁੰਦੇ ਨੇ ਵੀ ਸੇਵਾ ਵੀ ਕਰਦੇ ਨੇ, ਸਿਮਰਨ ਕਰਦੇ ਨੇ, ਬਾਣੀ ਪੜ੍ਹਦੇ ਨੇ, ਪਰ ਇੱਕ ਦੂਜੇ ਦੀ ਨਿੰਦਿਆ ਕਰ ਕਰਕੇ ਉਹ ਸਾਰਾ ਕੁਝ ਬਾਹਰ ਕੱਢ ਦਿੰਦੇ ਨੇ। ਉਹ ਹਜਮ ਨਹੀਂ ਹੋਇਆ। ਇੱਥੇ ਮਹਾਰਾਜ ਇਹੀ ਆਪਾਂ ਨੂੰ ਵਿਚਾਰ ਦੇ ਰਹੇ ਨੇ। ਅਗਲਾ ਜਿਹੜਾ ਬੰਦ ਹੈ, ਪਾਤਸ਼ਾਹ ਜੀ ਕਹਿ ਰਹੇ ਨੇ, ਹਰ ਸਾਕਤ ਸੇਤੀ ਸੰਗ ਨਾ ਕਰਿਓ ਓਏ ਮਾਰੇ ਸਿਰਜਣਹਾਰੇ। ਮਹਾਰਾਜ ਕਹਿੰਦੇ ਸੰਤ ਜਨੋ, ਰੱਬ ਨਾਲ ਟੁੱਟੇ ਹੋਏ ਬੰਦੇ ਦਾ ਸਾਥ ਨਾ ਕਦੇ ਸੰਗ ਨਾ ਕਰਿਓ, ਉਹ ਸਿਰਜਣਹਾਰੇ ਨੇ ਮਾਰ ਦਿੱਤੇ ਨੇ। ਜਿਸ ਕਾ ਇਹ ਖੇਲ ਸੋਈ ਕਰ ਦੇਖੈ, ਜਿਸ ਕਾ ਇਹ ਖੇਲ ਸੋਈ ਕਰ ਵੇਖੈ, ਜਨ ਨਾਨਕ ਨਾਮ ਸੰਭਾਰੇ। ਇਹ ਤਾਂ ਉਸ ਕਰਤਾ ਪੁਰਖ ਦਾ, ਉਸ ਮਾਲਕ ਵਾਹਿਗੁਰੂ ਦਾ ਖੇਲ ਹੈ। ਉਹ ਆਪ ਇਸ ਖੇਲ ਨੂੰ ਰਚਣ ਵਾਲਾ ਹੈ, ਇਸ ਖੇਲ ਨੂੰ ਬਣਾਉਣ ਵਾਲਾ ਹੈ। ਹੇ ਦਾਸ ਨਾਨਕ, ਤੂੰ ਪ੍ਰਭੂ ਦਾ ਨਾਮ ਸੰਭਾਲ। ਪਾਤਸ਼ਾਹ ਜੀ ਕਹਿੰਦੇ, ਹੇ ਪ੍ਰਾਣੀ, ਤੂੰ ਉਸ ਮਾਲਕ ਦਾ ਨਾਮ ਸੰਭਾਲ। ਅੱਗੇ ਮਹਾਰਾਜ ਕਹਿ ਰਹੇ ਨੇ, ਸ਼ਲੋਕ ਮਹਿਲਾ ਚੌਥਾ, ਸਤਿਗੁਰ ਪੁਰਖ ਅਗੰਮ ਹੈ ਜਿਸ ਅੰਦਰ ਹਰ ਉਰ ਧਾਰਿਆ। ਸਤਿਗੁਰੂ ਦਾ ਹਿਰਦਾ ਜਿਹੜਾ ਨਾ, ਉਹ ਅਗੰਮ ਹੈ, ਵਿਸ਼ਾਲ ਹੈ। ਸਿਰ ਦੇ ਵਿੱਚ ਪ੍ਰਭੂ ਨੂੰ ਪਰੋਤਾ ਹੋਇਆ ਹੈ। ਅੱਗੇ ਮਹਾਰਾਜ ਕਹਿ ਰਹੇ ਨੇ, ਸਤਿਗੁਰੂ ਨ ਅੱਪੜ ਕੋ ਨਾ ਸਕਾਈ। ਜਿਸ ਬਲ ਸਿਰਜਣਹਾਰਿਆ, ਸਤਿਗੁਰੂ ਦੇ ਬਰਾਬਰ, ਉਹਦੇ ਬਰਾਬਰ ਦਾ ਕੋਈ ਹੋਰ ਨਹੀਂ ਆ, ਅੱਪੜ ਨਹੀਂ ਸਕਦਾ ਉਹਦੇ ਤੱਕ, ਕਿਉਂਕਿ ਸਿਰਜਣਹਾਰ ਪ੍ਰਮਾਤਮਾ ਨੇ ਉਹਦੇ ਵੱਲ ਕਿਰਪਾ ਕੀਤੀ, ਰਹਿਮਤ ਕੀਤੀ ਹੈ। ਸਤਿਗੁਰੂ ਕਾ ਖੜਗ ਸੰਜੋ ਹਰ ਭਗਤ ਹੈ। ਸਤਿਗੁਰੂ ਦਾ ਜਿਹੜਾ ਖੜਗ ਹੈ ਨਾ, ਸਤਿਗੁਰੂ ਦੀ ਜਿਹੜੀ ਤਲਵਾਰ ਹੈ ਨਾ, ਉਹ ਭਗਤੀ ਹੈ। ਭਗਤੀ ਦੇ ਆਸਰੇ, ਨਾਮ ਦੇ ਆਸਰੇ ਪਾਤਸ਼ਾਹ ਜੀ ਕਹਿ ਰਹੇ ਨੇ, ਜਿਤ ਕਾਲ ਕੰਟਕ ਮਾਰ ਵਿਡਾਰਿਆ। ਸਾਰਾ ਅੰਦਰ ਦਾ ਕਾਲ, ਸਾਰਾ ਅੰਦਰ ਦਾ ਦੁੱਖ ਮਾਰ ਦਿੱਤਾ। ਸਤਿਗੁਰੂ ਕਾ ਰੱਖਣ ਹਾਰਾ ਹਰ ਆਪ ਹੈ। ਸਤਿਗੁਰੂ ਕੈ ਪਿੱਛੇ ਹਰ ਸਭ ਉਬਾਰਿਆ। ਸਤਿਗੁਰੂ ਦਾ ਰੱਖਣ ਵਾਲਾ, ਸਤਿਗੁਰੂ ਦਾ ਰਾਖਾ, ਉਹ ਮਾਲਕ ਵਾਹਿਗੁਰੂ ਆਪ ਹੈ। ਸਭ ਥਾਂ ਤੋਂ ਉਹਨੂੰ ਤਾਰ ਦਿੰਦਾ, ਬਚਾ ਦਿੰਦਾ। ਮਹਾਰਾਜ ਅੱਗੇ ਕਹਿ ਰਹੇ ਨੇ ਜੀ, ਜੋ ਮੰਦਾ ਚਿਤਬੈ ਪੂਰੇ ਸਤਿਗੁਰੂ ਕਾ, ਸੋ ਆਪ ਉਪਾਵਨ ਹਾਰੈ ਮਾਰਿਆ। ਜੋ ਸਤਿਗੁਰੂ ਦਾ ਮੰਦਾ ਚਿਤਵਦਾ ਨਾ, ਉਹ ਸਿਰਜਣਹਾਰ ਪ੍ਰਮਾਤਮਾ ਨੂੰ ਆਪ ਹੀ ਮਾਰ ਦਿੰਦਾ ਹੈ। ਇਹ ਗੱਲ ਹੋਵੇ ਹਰ ਦਰਗਾਹ ਸੱਚੇ ਕੀ, ਜਨ ਨਾਨਕ ਅਗੰਮ ਵਿਚਾਰਿਆ। ਪਾਤਸ਼ਾਹ ਜੀ ਕਹਿੰਦੇ, ਸੱਚੇ ਪ੍ਰਮਾਤਮਾ ਦੀ ਦਰਗਾਹ ਵਿੱਚ ਨਿਆਂ ਹੁੰਦਾ ਹੈ। ਹੇ ਨਾਨਕ, ਅਗੰਮ ਪ੍ਰਮਾਤਮਾ ਦਾ ਸਿਮਰਨ
ਕੀਤਿਆਂ ਇਹ ਸੂਝ ਪੈ ਜਾਂਦੀ ਹੈ, ਸਮਝ ਪੈ ਜਾਂਦੀ ਹੈ ਵੀ ਸਤਿਗੁਰੂ ਦੀ ਨਿੰਦਿਆ ਕਰਨ ਵਾਲਾ ਮਾਰਿਆ ਜਾਂਦਾ ਹੈ। ਸਤਿਗੁਰੂ ਦੇ ਬਰਾਬਰ ਕੋਈ ਅੱਪੜ ਨਹੀਂ ਸਕਦਾ, ਪਹੁੰਚ ਨਹੀਂ ਸਕਦਾ, ਕਿਉਂਕਿ ਕਰਤੇ ਪੁਰਖ ਨੇ ਉਹਨੂੰ ਆਪ ਥਾਪਿਆ ਹੈ। ਅੱਗੇ ਮਹਾਰਾਜ ਕਹਿ ਰਹੇ ਨੇ ਪੌੜੀ ਦੇ ਅੰਦਰ, ਪੌੜੀ ਸੱਚ ਸੁੱਤਿਆਂ ਜਿਨੀ ਅਰਾਧਿਆ, ਜਾਂ ਉੱਠੇ ਤਾਂ ਸੱਚ ਚਵੇ। ਜੋ ਮਨੁੱਖ ਸੁੱਤੇ ਹੋਏ ਵੀ ਸੱਚੇ ਪ੍ਰਮਾਤਮਾ ਨੂੰ ਸਿਮਰਦੇ ਹਨ, ਉੱਠਦੇ ਵੀ ਉਸ ਮਾਲਕ ਦਾ ਨਾਮ ਉਚਾਰਦੇ ਹਨ। ਹੁਣ ਇਹ ਬਹੁਤ ਵਾਰ ਵਚਨ ਆਊਗਾ ਜੀ। ਇਹ ਹੁਣ ਸੌਂ ਕੇ ਜਦੋਂ ਬੰਦਾ ਸੌਂ ਜਾਂਦਾ ਕਿਵੇਂ ਰੱਬ ਯਾਦ ਕਰਦਾ ਹੈ? ਜਦੋਂ ਬੰਦੇ ਨੂੰ ਨੀਂਦ ਆ ਗਈ। ਹੁਣ ਪਾਤਸ਼ਾਹ ਜੀ ਦਾ ਇਹ ਜਿਹੜਾ ਬਚਨ ਆਪਾਂ ਪੜ੍ਹ ਰਹੇ ਹਾਂ, ਇਹਦਾ ਇੱਕੋ ਅਰਥ ਬਣਦਾ, ਭਾਵ ਜਦੋਂ ਲਵਾਂਗੇ ਰੱਬ ਦੇ ਨਿਜਮ ਅੰਦਰ ਜਿਹਨੂੰ ਤੁਰਨਾ ਆ ਗਿਆ, ਉਹਦਾ ਸੌਣਾ ਵੀ ਪ੍ਰਵਾਨ ਹੋ ਜਾਂਦਾ, ਉਹਦਾ ਜਾਗਣਾ ਵੀ ਪ੍ਰਵਾਨ ਹੋ ਜਾਂਦਾ। ਗੁਰੂ ਦੇ ਦੱਸੇ ਰਾਹ 'ਤੇ ਜਿਹਨੂੰ ਤੁਰਨਾ ਆ ਗਿਆ। ਅੱਗੇ ਸਤਿਗੁਰ ਮਹਾਰਾਜ ਸਮਝਾ ਰਹੇ ਨੇ ਸ਼ਲੋਕ ਪੌੜੀ ਦੇ ਅੰਦਰ। ਪਾਤਸ਼ਾਹ ਜੀ ਕਹਿ ਰਹੇ ਨੇ, ਬਿਰਲੇ ਜੁਗ ਮੈਂ ਜਾਣੀਐ ਜੋ ਗੁਰਮੁਖ ਸੱਚ ਰਵੇ। ਸੰਸਾਰ ਦੇ ਅੰਦਰ ਨਾਮ ਉਚਾਰਨ ਵਾਲੇ, ਮਨੁੱਖਾ ਜਨਮ ਨੂੰ ਸਵਾਰਨ ਵਾਲੇ ਸੰਸਾਰ ਅੰਦਰ ਮਹਾਰਾਜ ਕਹਿੰਦੇ ਬਿਰਲੇ ਨੇ ਜਿਨ੍ਹਾਂ ਨੇ ਸੱਚ ਨੂੰ ਪਛਾਣਿਆ ਹੈ। ਅੱਗੇ ਮਹਾਰਾਜ ਕਹਿੰਦੇ, ਹਉ ਬਲਿਹਾਰੀ ਤਿਨ ਕਉ ਜੇ ਅਣਦਿਨ ਸੱਚ ਲਵੇ। ਉਹਨਾਂ ਤੋਂ ਕੁਰਬਾਨ ਜਾਵਾਂ, ਸਦਕੇ ਜਾਵਾਂ ਜੋ ਗੁਰੂ ਦੇ ਸਨਮੁਖ ਰਹਿ ਕੇ ਨਾਮ ਜਪਦੇ ਨੇ, ਨਾਮ ਨੂੰ ਜ਼ਿੰਦਗੀ ਦਾ ਆਧਾਰ ਬਣਾ ਲੈਂਦੇ ਨੇ। ਮਨ ਜਿਨ ਮਨ ਤਨ ਸੱਚਾ ਭਾਵਦਾ, ਜਿਨ੍ਹਾਂ ਦੇ ਮਨ ਵਿੱਚ ਤਨ ਵਿੱਚ ਜਿਨ੍ਹਾਂ ਨੇ ਸੱਚ ਨੂੰ ਵਸਾ ਲਿਆ। ਸੇ ਸੱਚੀ ਦਰਗਾਹ ਗਵੇ। ਮਹਾਰਾਜ ਕਹਿੰਦੇ ਉਹ ਮਾਲਕ ਦੀ ਦਰਗਾਹ ਦੇ ਅੰਦਰ, ਉਸ ਕਰਤੇ ਪੁਰਖ ਦੀ ਹਜ਼ੂਰੀ ਦੇ ਅੰਦਰ ਮਹਾਰਾਜ ਕਹਿੰਦੇ ਉਹ ਪਰਿਵਾਰ ਹੋ ਜਾਂਦੇ ਨੇ, ਪਹੁੰਚ ਜਾਂਦੇ ਨੇ। ਅੱਗੇ ਮਹਾਰਾਜ ਕਹਿ ਰਹੇ ਨੇ, ਜਨ ਨਾਨਕ ਬੋਲੇ ਸੱਚ ਨਾਮ, ਸੱਚ ਸੱਚਾ ਸਦਾ ਨਵੇ। ਪਾਤਸ਼ਾਹ ਜੀ ਕਹਿ ਰਹੇ ਨੇ ਅਖੀਰ ਦੇ ਵਿੱਚ, ਜਿਨ੍ਹਾਂ ਮਨੁੱਖਾਂ ਨੂੰ ਮਨ ਅਤੇ ਸਰੀਰ ਵਿੱਚ ਸੱਚਾ ਪ੍ਰਭੂ ਪਿਆਰਾ ਲੱਗਦਾ ਹੈ ਨਾ, ਭਾਵ ਜਿਨ੍ਹਾਂ ਨੇ ਉਸ ਮਾਲਕ ਨੂੰ ਯਾਦ ਕਰਦਿਆਂ ਕਰਦਿਆਂ ਕਾਰ ਕੀਤਾ, ਕੰਮ ਕੀਤਾ, ਉਹੀ ਸੱਚੀ ਦਰਗਾਹ ਵਿੱਚ ਪਹੁੰਚ ਜਾਂਦੇ ਨੇ। ਦਾਸ ਨਾਨਕ ਵੀ ਉਸ ਮਾਲਕ ਦਾ ਨਾਮ ਉਚਾਰਦਾ ਹੈ ਜੋ ਸਦਾ ਥਿਰ ਰਹਿਣ ਵਾਲਾ ਹੈ, ਭਾਵ ਹਰ ਵੇਲੇ ਪਿਆਰਾ ਸਾਨੂੰ ਲੱਗਣ ਵਾਲਾ ਹੈ ਉਹ ਮਾਲਕ ਵਾਹਿਗੁਰੂ। ਗੁਰੂ ਕਿਰਪਾ ਕਰੇ ਜੀ। ਅਸੀਂ ਲੜੀਵਾਰ ਵਿਚਾਰ ਜਿਹੜੇ ਆਪਾਂ ਇੱਕ ਰੂਟੀਨ ਦੇ ਵਿੱਚ ਕਰਦੇ ਹਾਂ, ਰੋਜ਼ਾਨਾ ਕਰਦੇ ਹਾਂ। 2 ਸ਼ਲੋਕਾਂ ਦੀ ਅਤੇ ਇੱਕ ਪੌੜੀ ਦੀ ਵਿਚਾਰ ਕੀਤੀ ਹੈ। ਲੜੀਵਾਰ ਆਪਾਂ ਜੋ ਰੂਟੀਨ ਦੇ ਵਿੱਚ 21 ਨੰਬਰ ਪੌੜੀ ਤੇ ਪਹੁੰਚੇ ਹਾਂ ਜੀ। ਸਤਿਗੁਰ ਮਹਾਰਾਜ ਨੇ ਜਿਹੜਾ ਪਹਿਲਾ ਸ਼ਲੋਕ ਆਪਾਂ ਵਿਚਾਰ ਰਹੇ ਸੀ, ਉਸ ਸ਼ਲੋਕ ਅੰਦਰ ਸਾਕਤ ਬਾਰੇ ਦੱਸਿਆ ਵੀ ਸਾਕਤ ਕੌਣ ਹੁੰਦਾ ਹੈ, ਸਾਕਤ ਦੇ ਕੰਮ ਕਿਹੜੇ ਹੁੰਦੇ ਨੇ। ਅੱਗੇ ਸਤਿਗੁਰ ਮਹਾਰਾਜ ਨੇ ਜੋ ਅੱਗੇ ਆਪਾਂ ਨੂੰ ਵਿਚਾਰ ਦਿੱਤੀ ਹੈ, ਅਗਲੇ ਸ਼ਲੋਕ ਦੇ ਅੰਦਰ ਸਤਿਗੁਰੂ ਜੀ ਨੇ ਸਾਨੂੰ ਸਤਿਗੁਰੂ ਬਾਰੇ ਦੱਸਿਆ ਵੀ ਸਤਿਗੁਰੂ ਕੌਣ ਹੁੰਦਾ ਹੈ, ਜਿਹਦੇ ਤੱਕ ਕੋਈ ਪਹੁੰਚ ਨਹੀਂ ਸਕਦਾ, ਜਿਹਦੀ ਕੋਈ ਬਰਾਬਰੀ ਨਹੀਂ ਕਰ ਸਕਦਾ। ਐਸੇ ਸਤਿਗੁਰੂ ਦੀ ਨਿੰਦਿਆ ਕਰਨ ਵਾਲਾ ਉਹ ਆਪ ਹੀ ਸੰਸਾਰ ਅੰਦਰ ਮਰ ਜਾਂਦਾ ਹੈ। ਪੌੜੀ ਦੇ ਅੰਦਰ ਮਹਾਰਾਜ ਨੇ ਆਖਿਆ, ਉਹ ਮਾਲਕ ਵਾਹਿਗੁਰੂ ਜਦੋਂ ਕਿਰਪਾ ਕਰਦਾ, ਰਹਿਮਤ ਕਰਦਾ ਤਾਂ ਅਸੀਂ ਉੱਠਦੇ ਵੀ, ਬਹਿੰਦੇ ਵੀ, ਸਾਡਾ ਮਨ ਨਾਮ ਦੇ ਵਿੱਚ ਲੱਗ ਜਾਂਦਾ। ਉਸ ਮਾਲਕ ਦੀ ਦਰਗਾਹ ਅੰਦਰ ਅਸੀਂ ਪ੍ਰਵਾਨ ਹੋ ਜਾਂਦੇ ਹਾਂ, ਨੇਪਰੇ ਚੜ੍ਹ ਜਾਂਦੇ ਹਾਂ। ਗੁਰੂ ਕਿਰਪਾ ਕਰੇ ਜੀ। ਇਸ ਲੜੀਵਾਰ ਵਿਚਾਰ ਜੋ ਆਪਾਂ ਰੋਜ਼ਾਨਾ ਕਰਦੇ ਹਾਂ, ਬਾਣੀ ਦੀ ਵਿਚਾਰ, ਆਓ ਗੁਰਮੁਖੋ ਲੜੀਵਾਰ ਇਤਿਹਾਸਕ ਵਿਚਾਰ ਨਾਲ ਜੁੜ ਜਾਈਏ। ਧੰਨ ਧੰਨ ਗੁਰੂ ਰਾਮਦਾਸ ਮਹਾਰਾਜ। ਤਿੰਨਾਂ ਦੇ ਜੀਵਨ ਵਿੱਚੋਂ ਆਪਾਂ ਗੁਰੂ ਰਾਮਦਾਸ ਮਹਾਰਾਜ ਦੇ ਸਿੱਖਾਂ ਦੇ ਜੀਵਨ ਬਾਰੇ ਵਿਚਾਰ ਕਰਦੇ ਹਾਂ। ਜਦੋਂ ਸਤਿਗੁਰ ਮਹਾਰਾਜ ਗੁਰਿਆਈ ਗੁਰਤਾ ਗੱਦੀ 'ਤੇ ਬਹਿ ਕੇ ਜੋ ਕਾਰਜ ਕਰ ਰਹੇ ਨੇ, ਰੋਜ਼ਾਨਾ ਦਾ ਰੂਟੀਨ ਆਪਾਂ ਉਹਨਾਂ ਦਾ ਵਿਚਾਰ ਰਹੇ ਹਾਂ। ਕੱਲ੍ਹ ਆਪਾਂ ਜਿਹੜੀ ਵਿਚਾਰ ਕੀਤੀ ਸੀ ਜੀ, ਸੁੱਖ ਦੀ ਪ੍ਰਾਪਤੀ ਕਿਵੇਂ ਹੋਵੇਗੀ, ਸੁੱਖ ਕਿਵੇਂ ਮਿਲਦਾ ਹੈ, ਇਹ ਸਾਰੀ ਆਪਾਂ ਵਿਚਾਰ ਕਰ ਚੁੱਕੇ ਹਾਂ। ਗੁਰੂ ਅੱਗੇ ਅਰਜ਼ੋਈ ਕੀਤੀ ਸੀ ਉਹਨਾਂ ਗੁਰਮੁਖਾਂ ਨੇ, ਸਿੱਖਾਂ ਨੇ। ਗੁਰੂ ਸਾਹਿਬ ਨੇ ਸੁੱਖ ਬਾਰੇ ਦੱਸਿਆ ਵੀ ਸੁੱਖ ਕਿਵੇਂ ਪ੍ਰਾਪਤ ਹੋਵੇਗਾ। ਅੱਜ ਵਾਲੀ ਜਿਹੜੀ ਸਾਖੀ ਵਿਚਾਰਨੀ ਹੈ ਜੀ, ਗੁਰਮੁਖਾਂ ਦੀ ਸੇਵਾ ਕਰਨੀ। ਜਦੋਂ ਅਸੀਂ ਇਤਿਹਾਸ ਨੂੰ ਪੜ੍ਹਦੇ ਵਿਚਾਰਦੇ ਹਾਂ, ਗੁਰੂ ਨਾਨਕ ਸਾਹਿਬ ਮਹਾਰਾਜ ਨੇ
ਸੰਗਤਾਂ ਥਾਪੀਆਂ, ਜਿੱਥੇ ਮਹਾਰਾਜ ਵੱਖ-ਵੱਖ ਇਲਾਕਿਆਂ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਜਾਂਦੇ ਸੀ ਨਾ, ਗੁਰੂ ਸਾਹਿਬ ਵੱਖ-ਵੱਖ ਇਲਾਕਿਆਂ ਵਿੱਚੋਂ ਪ੍ਰਚਾਰਕ ਥਾਪਦੇ ਸੀ, ਸੰਗਤਾਂ ਨੂੰ ਥਾਪਦੇ ਸੀ, ਧਰਮਸ਼ਾਲਾ ਕਾਇਮ ਕਰਦੇ ਸੀ, ਜਿੱਥੋਂ ਬਾਬੇ ਨਾਨਕ ਦੇ ਘਰ ਦਾ ਸੁਨੇਹਾ ਦੂਰ ਦੂਰ ਤੱਕ ਜਾਂਦਾ ਸੀ। ਇਸੇ ਲੜੀ ਦੇ ਤਹਿਤ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਵੀ ਇਸ ਪ੍ਰਚਾਰ ਦੇ ਹਿੱਤ ਵੱਖ-ਵੱਖ ਥਾਵਾਂ 'ਤੇ ਪ੍ਰਚਾਰ ਦੇ ਲਈ ਜਾਂਦੇ ਰਹੇ ਨੇ, ਸੰਗਤਾਂ ਥਾਪਦੇ ਰਹੇ ਨੇ। ਇੱਕੋ ਪ੍ਰਯੋਜਨ ਸੀ ਸੰਗਤ ਥਾਪਣ ਦਾ ਵੀ, ਸੰਗਤਾਂ ਇਕੱਠੀਆਂ ਹੋ ਕੇ ਗੁਰਬਾਣੀ ਪੜ੍ਹਨ, ਉਸ ਮਾਲਕ ਦੀ ਸਿਫਤ ਸਲਾਹ ਕਰਨ, ਗੁਰਬਾਣੀ ਦੀ ਵਿਚਾਰ ਨਾਲ ਜੁੜ ਜਾਣ। ਤੁਸੀਂ ਵੇਖੋ ਜੀ, ਜਦੋਂ ਬਾਬਾ ਨਾਨਕ ਜੀ ਦੁਨੀਆ ਦੇ ਅੰਦਰ, ਸੰਸਾਰ ਅੰਦਰ ਪ੍ਰਚਾਰ ਕਰਦੇ ਨੇ, ਲੋਕ ਕਿੰਨੇ ਕਰਮ ਕਾਂਡਾਂ ਦੇ ਵਿੱਚ ਡੁੱਬੇ ਹੋਏ ਸੀ, ਵਹਿਮਾਂ ਭਰਮਾਂ ਦੇ ਵਿੱਚ ਡੁੱਬੇ ਹੋਏ ਸੀ, ਭਾਵੇਂ ਅੱਜ ਵੀ ਬਹੁਤ ਡੁੱਬੇ ਹੋਏ ਨੇ, ਪਰ ਮਹਾਰਾਜ ਨੇ ਆਪਣੇ ਪ੍ਰਚਾਰ ਦੇ ਨਾਲ, ਆਪਣੀ ਵਿਚਾਰ ਦੇ ਨਾਲ ਉਹਨਾਂ ਲੋਕਾਂ ਨੂੰ ਚੇਂਜ ਕਰ ਦਿੱਤਾ, ਬਦਲ ਕੇ ਰੱਖ ਦਿੱਤਾ। ਸੰਗਤ ਦਾ ਇਕੱਠਿਆਂ ਬਹਿ ਕੇ ਜਦੋਂ ਸੰਗਤ ਕੀਤੀ ਜਾਂਦੀ ਸੀ, ਆਪਸੀ ਪਿਆਰ ਵੱਧਦਾ ਸੀ, ਭਾਈਚਾਰਕ ਸਾਂਝ ਪੈਦਾ ਹੁੰਦੀ ਸੀ। ਭਾਈਚਾਰਕ ਸਾਂਝ ਨਾਲ ਸਾਡੇ ਅੰਦਰੋਂ ਵਿਤਕਰੇ, ਭੇਦਭਾਵ ਦੂਰ ਹੁੰਦੇ ਸੀ। ਇਸ ਕਰਕੇ ਮਹਾਰਾਜ ਨੇ ਸੰਗਤ ਥਾਪੀ, ਪ੍ਰਚਾਰਕ ਥਾਪੇ, ਵੱਖ-ਵੱਖ ਇਲਾਕਿਆਂ ਵਿੱਚ ਮਹਾਰਾਜ ਆਪ ਖੁਦ ਪ੍ਰਚਾਰ ਕਰਦੇ ਰਹੇ ਨੇ। ਭਾਵੇਂ ਇਸ ਰਸਤੇ 'ਤੇ ਚੱਲਦਿਆਂ ਸਤਿਗੁਰੂ ਸਾਹਿਬਾਨਾਂ ਨੂੰ ਮੁਸ਼ਕਲਾਂ ਬਹੁਤ ਆਈਆਂ, ਮੁਸ਼ਕਲਾਂ ਦਾ ਹੱਲ ਵੀ ਮਹਾਰਾਜ ਨੇ ਲੱਭਿਆ। ਇਸੇ ਤਰ੍ਹਾਂ ਜਦੋਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦੇ ਜੀਵਨ ਵਿੱਚ ਅਸੀਂ ਪੜ੍ਹਦੇ ਵਿਚਾਰਦੇ ਹਾਂ, ਗੁਰੂ ਰਾਮਦਾਸ ਮਹਾਰਾਜ ਆਪਣੇ ਦਰਬਾਰ ਵਿੱਚ ਬੈਠੇ ਨੇ। ਇੱਥੇ ਗੁਰੂ ਕੇ ਸਿੱਖਾਂ ਨੇ ਮਹਾਰਾਜ ਅੱਗੇ ਇੱਕ ਅਰਜ਼ ਕੀਤੀ, ਉਹਨਾਂ ਦਾ ਨਾਮ ਦਰਜ ਹੈ ਜੀ, ਭਾਈ ਧਰਮਦਾਸ, ਭਾਈ ਡਗੂਰਦਾਸ, ਭਾਈ ਦੀਪਾ ਤੇ ਭਾਈ ਜੇਠਾ, ਭਾਈ ਸੰਸਾਰ, ਭਾਈ ਬੱਲੂ ਤੇ ਭਾਈ ਤੀਰਥਾ ਜੀ। ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਵਿੱਚ ਇਹਨਾਂ ਸਿੱਖਾਂ ਨੇ ਇੱਕ ਬੇਨਤੀ ਕੀਤੀ ਹੈ, ਮਹਾਰਾਜ ਹੇ ਸੱਚੇ ਪਾਤਸ਼ਾਹ, ਸਾਡਾ ਵੀ ਉਧਾਰ ਕਰ ਦਿਓ, ਅਸੀਂ ਵੀ ਇਹਨਾਂ ਵਿਕਾਰਾਂ ਦੇ ਵਿੱਚੋਂ, ਇਸ ਭਵ ਸਾਗਰ ਤੋਂ ਤਰ ਜਾਈਏ। ਗੁਰੂ ਰਾਮਦਾਸ ਮਹਾਰਾਜ ਨੂੰ ਸਿੱਖ ਕੇ ਬੇਨਤੀ ਕਰਦੇ ਨੇ, ਗੁਰੂ ਰਾਮਦਾਸ ਮਹਾਰਾਜ ਸਾਡਾ ਉਧਾਰ ਕਰੋ। ਗੁਰੂ ਰਾਮਦਾਸ ਮਹਾਰਾਜ ਨੇ ਬੜਾ ਪਿਆਰਾ ਉਪਦੇਸ਼ ਕੀਤਾ, ਬੜੇ ਪਿਆਰੇ ਬਚਨ ਕੀਤੇ। ਮਹਾਰਾਜ ਕਹਿੰਦੇ ਉਧਾਰ ਪਤਾ ਕਦੋਂ ਹੁੰਦਾ ਹੈ? ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ ਨਾ ਸਿੱਖਾਂ ਨੂੰ, ਜਦੋਂ ਸਾਡੇ ਅੰਦਰੋਂ ਜ਼ਾਤ ਅਭਿਮਾਨ ਤੇ ਕੁੱਲ ਦਾ ਜਿਹੜਾ ਅਭਿਮਾਨ ਹੈ ਉਹ ਦੂਰ ਹੋਵੇਗਾ। ਜੇ ਤੁਸੀਂ ਤਰਨਾ ਚਾਹੁੰਦੇ ਹੋ, ਜੇ ਤੁਸੀਂ ਭਵ ਸਾਗਰ ਤੋਂ ਤਰਨਾ ਚਾਹੁੰਦੇ ਹੋ ਨਾ, ਸਭ ਤੋਂ ਪਹਿਲਾਂ, ਸਭ ਤੋਂ ਜਿਹੜੀ ਭੈੜੀ ਬਿਮਾਰੀ ਹੈ ਸਾਡੇ ਸਮਾਜ ਅੰਦਰ, ਕੁੱਲ ਦਾ ਮਾਣ ਕਰਨਾ ਜਾਂ ਜਾਤ ਦਾ ਮਾਣ ਕਰਨਾ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਭਾਈ ਇਹ ਹਿਰਦੇ ਵਿੱਚੋਂ ਤਿਆਗੋ, ਉੱਚੇ ਖਾਨਦਾਨ ਦਾ ਮਾਣ ਕਰੀ ਜਾਣਾ ਇਹ ਵੀ ਹੰਕਾਰ ਹੀ ਹੈ ਨਾ। ਇਸ ਭੈੜੀ ਬਿਮਾਰੀ ਨੂੰ ਅੰਦਰੋਂ ਕੱਢੋ, ਹਿਰਦੇ ਵਿੱਚ ਨਿਮਰਤਾ ਧਾਰਨ ਕਰੋ। ਸਤਿਗੁਰੂ ਜੀ ਕਹਿੰਦੇ ਹਿਰਦੇ ਵਿੱਚ ਨਿਮਰਤਾ ਧਾਰਨ ਕਰਕੇ ਆਪਣੇ ਅੰਦਰ ਉਸ ਮਾਲਕ ਨੂੰ ਵਸਾਓ ਅਤੇ ਨਿੰਦਿਆ ਤੇ ਚੁਗਲੀ ਨੂੰ ਤਿਆਗੋ। ਇਸ ਤਰ੍ਹਾਂ ਨਿਮਾਣਾ ਹੋ ਕੇ, ਨਿਤਾਣਾ ਹੋ ਕੇ ਗੁਰਮੁਖਾਂ ਦੀ ਸੇਵਾ ਕਰੋ। ਆਪਾਂ ਗੱਲ ਕਰ ਰਹੇ ਸੀ ਗੁਰਮੁਖਾਂ ਦੀ ਸੇਵਾ ਕੀ ਹੁੰਦੀ ਹੈ। ਪਾਤਸ਼ਾਹ ਜੀ ਕਹਿ ਰਹੇ ਨੇ ਕੋਈ ਗੁਰਮੁਖ ਤੁਹਾਡੇ ਘਰ ਆ ਜਾਵੇ ਨਾ, ਉਹਦੀ ਸੇਵਾ ਕਰਨੀ ਤੁਹਾਡਾ ਫਰਜ਼ ਬਣਦਾ ਹੈ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਗੁਰਮੁਖ ਆ ਜਾਵੇ ਤੁਹਾਡੇ ਘਰ, ਰੱਬ ਦਾ ਪਿਆਰਾ ਤੁਹਾਡੇ ਘਰ ਆ ਜਾਵੇ, ਉਹਦੀ ਸੇਵਾ ਕਰੋ। ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਜੀਵਨ ਨੂੰ ਪੜ੍ਹਦੇ ਹਾਂ ਜੀ, ਗੁਰੂ ਨਾਨਕ ਮਹਾਰਾਜ ਨੇ ਭਾਈ ਮਰਦਾਨੇ ਨੂੰ 3 ਬਚਨ ਕੀਤੇ ਸੀਗੇ। ਮਰਦਾਨਿਆਂ, ਪਾਤਸ਼ਾਹ ਜੀ ਕਹਿ ਰਹੇ ਨੇ ਗੁਰੂ ਨਾਨਕ ਮਹਾਰਾਜ ਨੂੰ, ਤੇਰੇ ਘਰ ਵਿੱਚ ਕੋਈ ਵੀ ਆ ਜਾਵੇ, ਲੋੜਵੰਦ, ਨਿਮਾਣਾ, ਨਿਤਾਣਾ ਆਏਗਾ, ਇਹਦੀ ਸੇਵਾ ਕਰਨੀ, ਉਹਨੂੰ ਪ੍ਰਸ਼ਾਦਾ ਛਕਾਉਣਾ, ਕੇਸ ਨਹੀਂ ਕਟਾਉਣੇ। ਭਾਈ ਮਰਦਾਨੇ ਨੂੰ ਮਹਾਰਾਜ ਨੇ ਉਪਦੇਸ਼ ਦਿੱਤਾ ਸੀ ਨਾ, ਉਸ ਪਹਿਰ ਰਾਤ ਰਹਿੰਦੇ ਉੱਠ ਕੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ। ਹੁਣ ਮਹਾਰਾਜ ਇੱਥੇ ਸੁਨੇਹਾ ਦੇ ਰਹੇ ਨੇ, ਉਪਦੇਸ਼ ਕਰ ਰਹੇ ਨੇ। ਪਾਤਸ਼ਾਹ ਜੀ ਕਹਿੰਦੇ ਗੁਰਮੁਖ ਤੁਹਾਡੇ ਘਰ ਕੋਈ ਵੀ ਆ ਜਾਵੇ, ਗੁਰੂ ਦਾ ਪਿਆਰਾ, ਰੱਬ ਦਾ ਪਿਆਰਾ, ਹਾਏ ਨਹੀਂ ਵੀ ਕੋਈ ਧਰਮ ਦੇ ਬਾਣੇ ਅੰਦਰ ਕੋਈ ਸਾਨੂੰ ਠੱਗ ਲੁੱਟ ਕੇ ਲੈ ਜਾਵੇ,
ਆਪਾਂ ਇੰਨੀ ਕੁ ਸ਼ਨਾਖਤ ਕਰ ਸਕਦੇ ਹਾਂ, ਪਛਾਣ ਕਰ ਸਕਦੇ ਹਾਂ ਵੀ ਗੁਰਮੁਖ ਕੌਣ ਹੁੰਦਾ ਹੈ, ਰੱਬ ਦਾ ਪਿਆਰਾ ਕੌਣ ਹੈ। ਮਹਾਰਾਜ ਕਹਿੰਦੇ ਉਸ ਗੁਰਮੁਖ ਦੀ ਸੇਵਾ ਕਰੋ, ਅਤੇ ਜੇ ਤੁਹਾਨੂੰ ਲੱਗਦਾ ਹੈ ਵੀ ਉਹ ਲੋੜਵੰਦ ਆ, ਉਹਦੀ ਮਦਦ ਵੀ ਕਰੋ। ਆਰਥਿਕ ਤੌਰ 'ਤੇ ਉਹਨੂੰ ਉੱਚਾ ਚੁੱਕੋ। ਜਦੋਂ ਤੁਹਾਡੇ ਅੰਦਰ ਵਿਤਕਰਾ ਖਤਮ ਹੋ ਗਿਆ, ਭੇਦਭਾਵ ਖਤਮ ਹੋ ਗਿਆ, ਫਿਰ ਸਭ ਇੱਕੋ ਜਿਹੇ ਜਾਪਣਗੇ। ਆਪਾਂ ਬਚਨ ਪੜ੍ਹਦੇ ਹਾਂ ਜੀ ਬਾਣੀ ਦਾ, ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ, ਏਕ ਪਿਤਾ ਏਕ ਸਕਿ ਹੰਬਾਰਕ ਤੂੰ ਮੇਰਾ ਗੁਰਹਾਈ। ਇਸੇ ਤਰ੍ਹਾਂ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਉਸ ਦੀ ਮਦਦ ਕਰੋ। ਤੁਹਾਡਾ ਜੇ ਮਨੁੱਖਾ ਜੀਵਨ ਆ ਜਿਹੜਾ ਸਫਲ ਹੋ ਸਕਦਾ ਹੈ, ਵਧੀਆ ਬਣ ਸਕਦਾ ਹੈ, ਅਤੇ ਤੁਸੀਂ ਬਹੁਤ ਕੁਝ ਪ੍ਰਾਪਤ ਕਰ ਸਕਦੇ ਹੋ ਸੇਵਾ ਕਰਕੇ। ਸਤਿਗੁਰੂ ਪਾਤਸ਼ਾਹ ਜੀ ਨੇ ਜੀ ਆਪਣੇ ਸਮੇਂ ਆਪਾਂ ਜਿਹੜੀ ਵਿਚਾਰ ਕਰ ਰਹੇ ਸੀ, ਪਹਿਲਾਂ ਗੁਰਦੁਆਰੇ ਨਹੀਂ ਬਣਾਏ ਜਾਂਦੇ ਸੀ, ਪਹਿਲਾਂ ਧਰਮਸ਼ਾਲਾ ਬਣਾਈਆਂ ਜਾਂਦੀਆਂ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਧਰਮਸ਼ਾਲਾ ਕਾਇਮ ਕੀਤੀਆਂ। ਉਹਨਾਂ ਧਰਮਸ਼ਾਲਾ ਦੇ ਵਿੱਚ ਕੀਰਤਨ ਕੀਤਾ ਜਾਂਦਾ ਸੀ, ਉਹਨਾਂ ਧਰਮਸ਼ਾਲਾ ਦੇ ਵਿੱਚ ਬਹਿ ਕੇ ਗੁਰਬਾਣੀ ਪੜ੍ਹੀ ਜਾਂਦੀ, ਸੰਗਤਾਂ ਨੂੰ ਸੁਨੇਹਾ ਦਿੱਤਾ ਜਾਂਦਾ ਸੀ, ਰੱਬ ਨਾਲ ਜੋੜਿਆ ਜਾਂਦਾ ਸੀ। ਇਸੇ ਤਰ੍ਹਾਂ ਪਾਤਸ਼ਾਹ ਜੀ ਆਪਣੇ ਸਮੇਂ ਅੰਦਰ ਧਰਮਸ਼ਾਲਾ ਕਾਇਮ ਕਰਦੇ ਰਹੇ, ਸੰਗਤਾਂ ਕਾਇਮ ਕਰਦੇ ਰਹੇ, ਇਹ ਸੁਨੇਹਾ ਦਿੰਦੇ ਰਹੇ ਕਿ ਤੁਹਾਡੇ ਇਸ ਧਰਮਸ਼ਾਲਾ ਦੇ ਵਿੱਚ ਕੋਈ ਵੀ ਆ ਜਾਵੇ ਨਾ, ਉਹਦੀ ਸੇਵਾ ਕਰਨੀ ਹੈ, ਉਹਨੂੰ ਸੌਣ ਦੇ ਲਈ ਚੰਗਾ ਬਿਸਤਰਾ ਵੀ ਦੇਣਾ। ਇਸ ਕਰਕੇ ਮਹਾਰਾਜ ਨੇ ਧਰਮਸ਼ਾਲਾ ਵੀ ਕਾਇਮ ਕੀਤੀਆਂ। ਇਹਨਾਂ ਗੁਰੂ ਕੇ ਪਿਆਰੇ ਸਿੱਖਾਂ ਨੂੰ ਇਹ ਸੋਚ ਦਿੱਤੀ ਹੈ, ਸਿੱਖਿਆ ਦਿੱਤੀ ਹੈ ਕਿ ਆਪਣੇ ਅੰਦਰੋਂ ਜਾਤ ਅਭਿਮਾਨ ਤਿਆਗੋ, ਨਿਮਾਣੇ ਹੋ ਕੇ, ਨਿਤਾਣੇ ਹੋ ਕੇ ਗੁਰੂ ਦੇ ਸੇਵਕ ਬਣ ਕੇ ਆਏ ਗਏ ਦੀ ਸੇਵਾ ਕਰੋ। ਇਹ ਸਭ ਤੋਂ ਵੱਡਾ ਧਰਮ ਹੈ ਜੀ। ਸੇਵਾ ਦੇ ਜਦੋਂ ਸੇਵਾ ਦੇ ਖੇਤਰ ਨੂੰ ਪੜ੍ਹਦੇ ਹਾਂ ਜੀ, ਸੇਵਾ ਦਾ ਖੇਤਰ ਬਹੁਤ ਵੱਡਾ ਹੈ। ਗੁਰੂ ਸਾਹਿਬ ਦੀ ਬਾਣੀ ਤਾਂ ਇਹ ਗੱਲ ਕਹਿੰਦੀ ਹੈ, ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਵੈਸਣ ਪਾਈ ਹੈ। ਕਿਸੇ ਲੋੜਵੰਦ ਦੀ ਲੋੜ ਪੂਰੀ ਕਰਨੀ, ਇਹ ਸਭ ਤੋਂ ਵੱਡੀ ਸੇਵਾ ਹੈ। ਕਈ ਵਾਰ ਅਸੀਂ ਉੱਥੇ ਸੇਵਾ ਕਰਦੇ ਹਾਂ ਵੀ ਜਿੱਥੇ ਸਾਡਾ ਨਾਮ ਬੋਲਿਆ ਜਾਵੇ, ਜਿੱਥੇ ਸਾਨੂੰ ਲੋਕ ਵਾਹ ਵਾਹ ਕਹਿਣ। ਕਿਤੇ ਵੀ ਜਾ ਕੇ ਪਿੰਡ ਦੇ ਅੰਦਰ ਕੋਈ ਲੋੜਵੰਦ ਵਿਅਕਤੀ ਹੈ, ਉਹਦੀ ਲੋੜ ਪੂਰੀ ਕਰਦੀ, ਇਹ ਵੀ ਇੱਕ ਬਹੁਤ ਵੱਡਾ ਧਰਮ ਹੈ ਅਤੇ ਬਹੁਤ ਵੱਡੀ ਸੇਵਾ ਹੈ, ਇਨਸਾਨੀਅਤ ਹੈ। ਗੁਰਬਾਣੀ ਇਤਿਹਾਸ ਸਾਨੂੰ ਇਹ ਵਿਚਾਰ ਦੇ ਰਿਹਾ ਹੈ। ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਇਹੀ ਵਿਚਾਰ ਦੇ ਰਹੇ ਨੇ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਲੋੜਵੰਦ ਦੀ ਲੋੜ ਪੂਰੀ ਕਰੋ, ਸਭ ਤੋਂ ਵੱਡੀ ਸੇਵਾ ਗੁਰਮੁਖਾਂ ਦੀ ਸੇਵਾ ਹੈ। ਗੁਰੂ ਕਿਰਪਾ ਕਰੇ ਜੀ, ਇੰਨੀ ਬੇਨਤੀ ਪ੍ਰਵਾਨ ਕਰਿਓ ਜਿਹੜੀ ਰਹਿੰਦੀ ਵਿਚਾਰ ਹੈ। ਅਗਲੀ ਸਾਖੀ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਵਿਚਾਰਾਂਗੇ। ਬੇਨਤੀ ਕਰਿਓ ਪ੍ਰਵਾਨ, ਅੰਤ ਵਿੱਚ ਫਤਿਹ ਨਾਲ ਪਾਓ ਸਾਂਝ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਰਕਾਸ, ਜਿਉ ਪਿੰਡ ਸਭ ਤੇਰੀ, ਤੁਮ ਮਾਤ ਪਿਤਾ